Well, viewers, welcome you all on the channel Live to Learn. Today I am feeling glad to introduce new chapter Voice. We will come to know about the importance of voice in English language. ਤੁਸੀਂ ਬਹੁਤ ਸਾਰੇ ਲੋਕ ਆਇਲਸ ਕਰਦੇ ਹੋ ਤੇ ਆਇਲਸ ਕਰਨ ਵਾਸਤੇ ਤੁਹਾਨੂੰ ਵੱਖ-ਵੱਖ ਇੰਸਟੀਚਿਊਟਸ ਤੇ ਜਾਣਾ ਪੈਂਦਾ ਹੈ। ਅੱਜ ਇਸ ਮਸਲੇ ਨੂੰ ਸੋਲਵ ਕਰਨ ਦੇ ਲਈ ਲੈ ਕੇ ਆਏ ਹਾਂ ਵੌਇਸ। ਇਸ ਉਪਰਾਲੇ ਨੂੰ ਜੇ ਪਸੰਦ ਹੈ ਤਾਂ ਲਾਈਕ ਜ਼ਰੂਰ ਕਰ ਦੇਣਾ, ਸ਼ੇਅਰ ਵੀ ਕਰਨਾ ਤੇ ਸਬਸਕ੍ਰਾਈਬ ਵੀ ਕਰ ਦੇਣਾ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ। ਸ਼ੁਰੂ ਕਰਦੇ ਹਾਂ। This is very important chapter in English grammar. Whatever we speak, that is voice. A form or set of forms of a verb showing the relation of the subject and to the action is known as voice. Means the direct relation of subject and action done by the subject is the main study in the voice. It talks about the relation. Voice is of two types. One is active voice, another is passive voice. Now, what is active voice? The verb is said to be in active voice when the person denoted by the subject acts as the doer of the action. Active voice talks about the direct relation of subject and the action. ਜਦੋਂ ਕੋਈ ਵੀ ਐਕਸ਼ਨ ਕਿਸੇ ਸਬਜੈਕਟ ਵੱਲੋਂ ਹੁੰਦਾ ਹੈ, ਸਬਜੈਕਟ ਸਿੱਧਾ ਐਕਸ਼ਨ ਨੂੰ ਕਰ ਰਿਹਾ ਹੁੰਦਾ ਹੈ, ਤਾਂ ਆਪਾਂ ਉਸ ਵੇਲੇ ਕਹੀ ਗਏ ਸ਼ਬਦ ਨੂੰ ਵਾਕ ਨੂੰ ਐਕਟਿਵ ਵੌਇਸ ਕਹਿੰਦੇ ਹਾਂ। ਜਿਵੇਂ ਜੋਸਫ ਡਰਾਸ ਅ ਪਿਕਚਰ, ਦ ਟੀਚਰ ਮਾਰਕਡ ਦ ਅਸਾਈਨਮੈਂਟਸ, ਰਾਮ ਓਪਨਡ ਦ ਡੋਰ। ਇਸੇ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ ਕਿ ਐਕਟਿਵ ਵੌਇਸ ਕਦੋਂ ਯੂਜ਼ ਹੁੰਦੀ ਹੈ। ਵੈਨ ਦ ਸਬਜੈਕਟ ਪਰਫੋਰਮਸ ਦ ਐਕਸ਼ਨ, ਜਦੋਂ ਆਪਾਂ ਨੂੰ ਪਤਾ ਹੈ ਕਿ ਕਿਸੇ ਸਬਜੈਕਟ ਨੇ, ਕਿਸੇ ਬੰਦੇ ਨੇ ਕਿਸੇ ਐਕਸ਼ਨ ਨੂੰ ਕੀਤਾ ਹੈ। ਜਿਵੇਂ ਆਪਾਂ ਗੱਲ ਕੀਤੀ ਰਾਮ ਓਪਨਸ ਦ ਡੋਰ, ਰਾਮ ਇਜ਼ ਦ ਸਬਜੈਕਟ ਐਂਡ ਐਕਸ਼ਨ ਇਜ਼ ਓਪਨਿੰਗ ਦ ਡੋਰ। ਤਾਂ ਹੂ ਹੈਜ਼ ਓਪਨ ਦ ਡੋਰ? ਰਾਮ। ਆਪਾਂ ਨੂੰ ਪਤਾ ਹੈ ਰਾਮ ਨੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ, ਤਾਂ ਸਬਜੈਕਟ ਇਜ਼ ਪਰਫੋਰਮਡ ਬਾਈ ਦ ਐਕਸ਼ਨ। ਵੈਨ ਵੀ ਨੋ ਹੂ ਇਜ਼ ਦ ਡੂਅਰ, ਜਦੋਂ ਆਪਾਂ ਜਾਣਦੇ ਹੋਈਏ, ਇੱਥੇ ਰਾਮ ਨੂੰ ਆਪਾਂ ਜਾਣਦੇ ਹਾਂ ਵੀ ਰਾਮ ਨੇ ਦਰਵਾਜ਼ਾ ਖੋਲ੍ਹਿਆ, ਤਾਂ ਉਹ ਰਾਮ ਜਿਹੜਾ ਹੈ ਉਹ ਡੂਅਰ ਹੈ। When the focus is on the door of the action, on the doer, ਜਦੋਂ ਆਪਣਾ ਫੋਕਸ ਡੂਅਰ ਦੇ ਉੱਤੇ ਹੁੰਦਾ, ਜਦੋਂ ਆਪਾਂ ਡੂਅਰ ਇੱਥੇ ਕੌਣ ਸੀ? ਰਾਮ ਸੀਗਾ। ਰਾਮ ਨੇ ਡੂਅਰ ਦਾ ਰੋਲ ਅਦਾ ਕੀਤਾ। ਰਾਮ ਨੇ ਦਰਵਾਜ਼ਾ ਖੋਲ੍ਹਿਆ ਤਾਂ ਆਪਣਾ ਫੋਕਸ ਰਾਮ 'ਤੇ ਹੈ। ਰਾਮ ਓਪਨ ਦ ਡੋਰ। ਸੀਤਾ ਆਇਰਨ ਦ ਕਲੋਥਸ, ਮਦਰ ਕੁਕਡ ਦ ਫੂਡ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸੈਂਟੈਂਸਸ ਹੋਣਗੇ। ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਵੀ ਸੈਂਟੈਂਸ ਆਉਂਦਾ ਹੈ ਹੁਣੇ ਕਮੈਂਟ ਬਾਕਸ ਦੇ ਵਿੱਚ ਲਿਖੋ, ਸਾਨੂੰ ਪਤਾ ਲੱਗੇਗਾ ਤੁਹਾਨੂੰ ਕਿੰਨੀ ਸਮਝ ਲੱਗੀ ਹੈ। ਇਸ ਤੋਂ ਬਾਅਦ ਪੈਸਿਵ ਵੌਇਸ। ਦ ਵਰਬ ਇਜ਼ ਸੈਡ ਟੂ ਬੀ ਇਨ ਪੈਸਿਵ when the person denoted by the subject receives the action। ਇੱਥੇ ਐਕਸ਼ਨ ਰਿਸੀਵ ਹੁੰਦਾ ਹੈ, ਉਸ ਐਕਸ਼ਨ ਨੂੰ ਕੀਤਾ ਗਿਆ ਹੈ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਜਿਵੇਂ ਰਿਪੋਰਟ ਵਾਜ਼ ਰਿਟਨ ਬਾਈ ਕ੍ਰਿਸਟਨ, ਦ ਡੋਰ ਮਸਟ ਨਾਟ ਬੀ ਲੈਫਟ ਓਪਨ। ਦ ਡੋਰ ਮਸਟ ਨਾਟ ਬੀ ਲੈਫਟ ਓਪਨ। ਦਰਵਾਜ਼ਾ ਖੁੱਲ੍ਹਾ ਨਹੀਂ ਛੱਡਿਆ ਜਾਣਾ ਚਾਹੀਦਾ। ਕਿੱਥੇ ਦਰਵਾਜ਼ੇ ਨੂੰ ਖੋਲ੍ਹਿਆ ਸੀ? ਰਾਮ ਨੇ। ਹੁਣ ਆਪਾਂ ਦਰਵਾਜ਼ੇ ਦੇ ਖੁੱਲ੍ਹਣ ਦੀ ਗੱਲ ਪਹਿਲਾਂ ਕੀਤੀ ਹੈ। ਆਪਣਾ ਐਮਫਸਾਈਜ਼ ਰਿਪੋਰਟ 'ਤੇ ਹੈ, ਆਪਣਾ ਐਮਫਸਾਈਜ਼ ਡੋਰ ਦੇ ਉੱਤੇ ਹੈ, ਤਾਂ ਆਪਣਾ ਇਹ ਪੈਸਿਵ ਵੌਇਸ ਦਾ ਐਗਜ਼ਾਮਪਲ ਹੈ। ਫੂਡ ਇਜ਼ ਕੁਕਡ ਬਾਈ ਦ ਮਦਰ, ਤਾਂ ਇੱਥੇ
ਖਾਣੇ ਦੇ ਪੱਕਣ ਦੇ ਉੱਤੇ ਐਮਫੇਸਾਈਜ਼ ਕੀਤਾ ਜਾਂਦਾ ਹੈ। ਵਿੰਡੋ ਇਜ਼ ਓਪਨਡ ਬਾਈ ਦ ਸਰਵੈਂਟ, ਤਾਂ ਇੱਥੇ ਵਿੰਡੋ ਦੇ ਖੁੱਲ੍ਹਣ ਦੇ ਉੱਤੇ ਐਮਫੇਸਾਈਜ਼ ਕੀਤਾ ਜਾਂਦਾ ਹੈ। ਥੀਫ ਇਜ਼ ਅਰੈਸਟਡ ਬਾਈ ਦ ਪੁਲਿਸ, ਇੱਥੇ ਚੋਰ ਦੇ ਪਕੜੇ ਜਾਣ ਨੂੰ ਐਮਫੇਸਾਈਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਹੁਣ ਇਹਦੀਆਂ ਯੂਜ਼ਸ ਕੀ ਹੈਗੀਆਂ ਆਪਾਂ ਉਹ ਦੇਖ ਲੈਂਦੇ ਹਾਂ। ਇਹ ਯੂਜ਼ ਕਦੋਂ ਹੁੰਦਾ ਹੈ? ਵੈਨ ਦ ਫੋਕਸ ਇਜ਼ ਔਨ ਦ ਐਕਸ਼ਨ। ਥੀਫ ਇਜ਼ ਅਰੈਸਟਡ, ਚੋਰ ਦੇ ਪਕੜੇ ਜਾਣ ਦੇ ਉੱਤੇ ਐਮਫੇਸਾਈਜ਼ ਕੀਤਾ। ਕਿਹਨੇ ਪਕੜਿਆ? ਪੁਲਿਸ ਨੇ ਪਕੜਿਆ ਹੋਏਗਾ, ਕਲੀਅਰ ਹੈ। ਇੱਥੇ ਐਕਸ਼ਨ 'ਤੇ ਧਿਆਨ ਦੇਣਾ ਜ਼ਰੂਰੀ ਹੈ। ਵੀ ਡੂ ਨਾਟ ਨੋ ਹੂ ਦ ਡੂਅਰ ਇਜ਼, ਜਿੱਥੇ ਆਪਾਂ ਨੂੰ ਡੂਅਰ ਦਾ ਪਤਾ ਨਹੀਂ ਹੈ। ਹੀ ਹੈਜ਼ ਬੀਨ ਸਟੈਬਡ, he has been doing this work. We describe changes that have taken place, ਜਿਹੜੀਆਂ ਉੱਥੇ ਚੇਂਜਸ ਹੋਈਆਂ ਆਪਾਂ ਉਸ ਦੇ 'ਤੇ ਧਿਆਨ ਜਦੋਂ ਪਾਉਂਦੇ ਹਾਂ ਤਾਂ ਉਹ ਪੈਸਿਵ ਵੌਇਸ ਦੇ ਵਿੱਚ ਹੁੰਦਾ ਹੈ। ਵੀ ਟਾਕ ਆਫ ਅ ਸਿਸਟਮ ਔਰ ਪ੍ਰੋਸੈਸ, ਜਦੋਂ ਕੋਈ ਪ੍ਰੋਸੈਸ ਚੱਲ ਰਹੀ ਹੈ, ਜਿਵੇਂ ਥੀਫ ਇਜ਼ ਅਰੈਸਟਡ, ਇੱਥੇ ਪ੍ਰੋਸੈਸ ਹੈਗੀ ਅਰੈਸਟ ਕਰਨ ਦੀ। ਕੌਣ ਚਲਾ ਰਿਹਾ? ਇਸ ਗੱਲ ਦੇ ਉੱਤੇ ਨਹੀਂ ਆਪਾਂ ਗੱਲ ਕਰ ਰਹੇ। ਉਹਦਾ ਐਕਸ਼ਨ, ਫਾਈਨਲ ਐਕਸ਼ਨ ਕੀ ਹੈ ਕਿ ਥੀਫ ਅਰੈਸਟ ਹੋ ਗਿਆ। ਹੁਣ ਐਕਟਿਵ ਦੇ ਵਿੱਚ ਕੀ ਹੁੰਦਾ ਹੈ? ਡੂਅਰ ਪਹਿਲਾਂ, ਵਰਬ ਬਾਅਦ 'ਚ, ਫਿਰ ਰਿਸੀਵਰ। ਪੈਸਿਵ ਦੇ ਵਿੱਚ ਰਿਸੀਵਰ ਪਹਿਲਾਂ ਆ ਜਾਂਦਾ ਹੈ, ਵਰਬ ਬਾਅਦ 'ਚ, ਅਤੇ ਡੂਅਰ ਐਂਡ 'ਤੇ ਰਹਿੰਦਾ। ਹੁਣ ਸਬਜੈਕਟ 'ਚ ਅਤੇ ਓਬਜੈਕਟ ਦੇ ਵਿੱਚ ਪੋਜੀਸ਼ਨ ਦੀ ਚੇਂਜਿੰਗ ਹੁੰਦੀ ਹੈ। ਇੱਥੇ ਜਿਹੜਾ ਦੇਖਿਆ ਤੁਸੀਂ ਪਹਿਲਾਂ ਕਿ ਡੂਅਰ ਪਹਿਲਾਂ ਸੀਗਾ ਅਤੇ ਰਿਸੀਵਰ ਬਾਅਦ 'ਚ ਸੀਗਾ, ਅਤੇ ਪੈਸਿਵ ਦੇ ਵਿੱਚ ਰਿਸੀਵਰ ਪਹਿਲਾਂ ਆ ਜਾਂਦਾ, ਡੂਅਰ ਬਾਅਦ ਚਲਾ ਜਾਂਦਾ। ਤਾਂ ਹੁਣ ਬਾਅਦ 'ਚ ਜਾਂਦਾ ਤਾਂ ਫਿਰ ਉਹ ਕੀ ਬਣਦਾ? ਜਿਹੜਾ ਸਬਜੈਕਟ ਆਈ ਹੈ ਉਹ ਚੇਂਜ ਹੁੰਦਾ ਮੀ ਦੇ ਵਿੱਚ। ਸਬਜੈਕਟ ਵੀ ਚੇਂਜਸ ਟੂ ਅਸ, ਯੂ ਚੇਂਜਸ ਟੂ ਯੂ ਓਨਲੀ, ਇਟ ਰਿਮੇਨਸ ਲਾਈਕ ਦੈਟ। He changes to him, she changes to her, they changes to them, and it remains like that only. There are two words, you and it, that remains the same. Rest all the subjects are changed. I, we, he, she, they. These are the subjects which change, and you and it never change. ਆਈ, ਵੀ, ਹੀ, ਸ਼ੀ ਅਤੇ ਦੇ ਐਸੇ ਸਬਜੈਕਟ ਹੈ ਜਿਹੜੇ ਕਿ ਬਦਲ ਜਾਂਦੇ ਹੈਗੇ ਆ। ਮੀ, ਅਸ, ਹਿਮ, ਹਰ ਅਤੇ ਦੈਮ ਦੇ ਵਿੱਚ। ਯੂ ਅਤੇ ਇਟ ਹਮੇਸ਼ਾ ਉਸੇ ਤਰ੍ਹਾਂ ਹੀ ਰਹਿੰਦੇ ਹਨ। ਹੁਣ ਆਪਾਂ ਦੇਖਦੇ ਹਾਂ ਇਹਨਾਂ ਦੀ ਫੋਰਮਸ, ਵਰਬਸ ਦੀ ਕਿਵੇਂ ਚੇਂਜ ਹੁੰਦੀਆਂ। ਇੱਥੇ ਬਹੁਤ ਬੱਚਿਆਂ ਨੂੰ ਇਹ ਭੁਲੇਖਾ ਹੁੰਦਾ ਕਿ ਟੈਂਸ ਚੇਂਜ ਹੋਏਗਾ, ਪਰ ਮੈਂ ਇੱਥੇ ਖਾਸ ਤੌਰ 'ਤੇ ਕਹਿਣਾ ਚਾਹੁੰਦਾ ਕਿ ਟੈਂਸ ਕਦੇ ਚੇਂਜ ਨਹੀਂ ਹੁੰਦਾ। ਐਕਟਿਵ ਤੋਂ ਪੈਸਿਵ ਬਣਾਉਣ ਲੱਗਿਆਂ ਜਾਂ ਪੈਸਿਵ ਤੋਂ ਐਕਟਿਵ ਬਣਾਉਣ ਲੱਗਿਆਂ ਟੈਂਸ ਦੀ ਕਦੇ ਚੇਂਜ ਨਹੀਂ ਹੁੰਦੀ। ਵਰਬ ਦੀ ਫੋਰਮ ਬਦਲਦੀ ਜ਼ਰੂਰ ਹੈ, ਪਰ ਕਿਸ ਤਰ੍ਹਾਂ ਬਦਲਦੀ ਹੈ ਉਹ ਆਪਾਂ ਸਮਝਦੇ ਹਾਂ, ਪਰ ਟੈਂਸ ਨੇ ਸੇਮ ਹੀ ਰਹਿਣਾ। ਜਿਵੇਂ ਸਿੰਪਲ ਪ੍ਰੈਜ਼ੈਂਟ ਟੈਂਸ ਦਾ ਕੋਈ ਫਿਕਰਾ ਹੋਵੇ, ਉਹਦੇ ਵਿੱਚ ਵਰਬ ਦੇ ਨਾਲ ਐਸ ਜਾਂ ਈ ਐਸ ਲੱਗਦੀ ਹੈ। ਈਟ, ਈਟਸ ਹੋ ਜਾਏਗਾ ਜੇ ਉਹਦੇ ਨਾਲ ਹੀ, ਸ਼ੀ, ਇਟ ਦੇ ਨਾਲ ਲੱਗਿਆ ਹੋਇਆ। ਅਤੇ ਜੇ ਵੀ ਹੈ ਜਾਂ ਆਈ ਹੈ ਉਹਦੇ ਨਾਲ ਈਟ ਹੀ ਰਹੂਗਾ। ਦੇ ਹੈ, ਦੇ ਨਾਲ ਈਟ ਹੀ ਰਹੂਗਾ। ਯੂ ਦੇ ਨਾਲ ਈਟ ਹੀ ਰਹੇਗਾ, ਪਰ ਹੀ ਈਟਸ, ਸ਼ੀ ਈਟਸ। ਤਾਂ ਇਸ ਤਰ੍ਹਾਂ ਇਹ ਸਿੰਪਲ ਪ੍ਰੈਜ਼ੈਂਟ ਟੈਂਸ ਦੀ ਪਹਿਚਾਣ ਹੈ। ਇਹ ਜਦੋਂ ਆਪਣਾ ਪੈਸਿਵ ਵੌਇਸ ਦੇ ਵਿੱਚ ਚੇਂਜ ਹੋਏਗਾ ਤਾਂ ਇਹਦੇ ਵਿੱਚ ਇਜ਼ ਜਾਂ ਆਰ ਲੱਗ ਜਾਏਗਾ। ਜੇ ਆਈ ਹੈ ਤਾਂ ਐਮ ਲੱਗ ਜਾਂਦਾ ਹੈ, ਪਰ ਹੋਰ ਕੋਈ ਵੀ ਸਿੰਗੂਲਰ ਸਬਜੈਕਟ ਹੈਗਾ ਤਾਂ ਉਹਦੇ ਨਾਲ ਇਜ਼ ਲੱਗੇਗਾ, ਪਲੂਰਲ ਸਬਜੈਕਟ ਦੇ ਨਾਲ ਆਰ ਲੱਗੇਗਾ। ਅਤੇ ਈਟ ਦੀ ਥਰਡ ਫੋਰਮ ਈਟਨ ਲੱਗ ਜਾਏਗੀ। ਇਸ 'ਤੇ ਇਹ ਵਰਣਨਯੋਗ ਹੈ
कि पैसिव वॉइस की पहचान ही है कि उहदे नाल थर्ड फॉर्म लगी हुंदी है। ईट द ईटन, बीट द बीटन, राइट द रिटन, इस तरह थर्ड फॉर्म लगती है। किते किते सैकेंड फॉर्म तो थर्ड फॉर्म सेम ही ਹੁੰਦੀਆਂ, ਉੱਥੇ ਘਬਰਾਉਣਾ नहीं, वो थर्ड फॉर्म ही यूज़ की हुई ਹੁੰਦੀ है, ये ਆਪਾਂ ਨੂੰ समझना पएगा। ही ईट्स लिखिया सी एक्टिव वॉइस विच, ही ईट्स एप्पल, एप्पल इज़ ईटन बाय हिम। हुण इनू कंटीन्यूअस टेंस दे विच देख लीए ਤਾਂ ਇਹਦੇ ਵਿੱਚ ਕੰਟੀਨਿਊਸ ਟੈਂਸ ਦੇ ਵਿੱਚ ਇਸ ਜਾਂ ਆਰ ਦੇ ਨਾਲ ਆਈਐਨਜੀ ਲੱਗੀ ਹੁੰਦੀ ਹੈ ਫਸਟ ਫਾਰਮ ਦੇ ਨਾਲ। ਉਹ ਇਸ ਆਰ ਉਸੇ ਤਰ੍ਹਾਂ ਰਹੇਗਾ, ਪਰ ਆਈਐਨਜੀ ਵਰਬ ਦੇ ਨਾਲ ਨਹੀਂ ਰਹੇਗੀ, ਕਿਉਂਕਿ ਆਪਾਂ ਤਾਂ ਇੱਥੇ ਥਰਡ ਫਾਰਮ ਹੀ ਲਾਉਣੀ ਹੈ, ਈਟਨ ਹੀ ਲਾਉਣਾ। ਤਾਂ ਈਟਨ ਦੇ ਨਾਲ ਥਰਡ ਫਾਰਮ ਦੇ ਨਾਲ ਆਈਐਨਜੀ ਨਹੀਂ ਲੱਗ ਸਕਦੀ, ਈਟਨਿੰਗ ਨਹੀਂ ਹੁੰਦਾ ਬਣਦਾ ਕਦੇ ਵੀ। ਉਹ ਆਈਐਨਜੀ ਆਪਾਂ ਛੱਡ ਵੀ ਨਹੀਂ ਸਕਦੇ ਕਿਉਂਕਿ ਇਹ ਕੰਟੀਨਿਊਸ ਟੈਂਸ ਹੈ। ਤਾਂ ਫਿਰ ਉਹ ਆਈਐਨਜੀ ਆਪਾਂ ਬੀ ਦੇ ਨਾਲ ਲਾਉਂਦੇ ਹਾਂ, BEING, ਤਾਂ ਬੀਇੰਗ ਈਟਨ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ ਉਹਦੀ ਪਹਿਚਾਣ ਹੈਜ਼ ਜਾਂ ਹੈਵ ਉਹਦੇ ਨਾਲ ਲੱਗਦਾ ਅਤੇ ਨਾਲ ਥਰਡ ਫਾਰਮ ਲੱਗਦੀ ਹੈ। ਹੁਣ ਇੱਥੇ ਤੁਸੀਂ ਕਹੋਗੇ ਕਿ ਥਰਡ ਫਾਰਮ ਤਾਂ ਕਿਹਾ ਸੀਗਾ ਕਿ ਪਹਿਚਾਣ ਹੈਗੀ ਹੈ ਪੈਸਿਵ ਵੋਇਸ ਦੀ, ਪਰ ਇੱਥੇ ਐਕਟਿਵ ਵੋਇਸ ਦੇ ਵਿੱਚ ਕਿਵੇਂ ਆ ਗਿਆ? ਐਕਟਿਵ ਵੋਇਸ ਦੇ ਵਿੱਚ ਹੈਜ਼ ਹੈਵ ਦੇ ਨਾਲ ਸਿੱਧਾ ਈਟਨ ਲੱਗਿਆ, ਪਰ ਜੇ ਪੈਸਿਵ ਦੇ ਵਿੱਚ ਹੈ ਤਾਂ ਹੈਜ਼ ਹੈਵ ਹੈ ਤਾਂ ਉਹਦੇ ਨਾਲ ਬੀਨ ਲੱਗ ਜਾਏਗਾ, BEEN, ਬੀਨ ਈਟਨ ਹੋ ਜਾਏਗਾ। ਜੇ ਇਸੇ ਤਰ੍ਹਾਂ ਪਾਸਟ ਸਿੰਪਲ ਟੈਂਸ ਦੇ ਵਿੱਚ ਸੈਕੰਡ ਫਾਰਮ ਹੁੰਦੀ ਹੈ ਉਹ ਤਾਂ ਉਹ ਵਾਜ਼ ਵਰ ਦੇ ਵਿੱਚ ਚੇਂਜ ਹੋ ਜਾਏਗਾ, ਵਾਜ਼ ਵਰ ਪਲੱਸ ਥਰਡ ਫਾਰਮ। ਫਿਰ ਕੰਟੀਨਿਊਸ ਪਾਸਟ ਕੰਟੀਨਿਊਸ ਟੈਂਸ ਹੈ ਤਾਂ ਉਹਦੇ ਵਾਜ਼ ਵਰ ਈਟਿੰਗ ਹੋਊਗਾ ਤਾਂ ਉਹਦੇ ਵਾਜ਼ ਵਰ ਦੇ ਨਾਲ ਬੀਇੰਗ ਈਟਨ ਆ ਜਾਏਗਾ। ਪਾਸਟ ਪਰਫੈਕਟ ਟੈਂਸ ਹੈ ਤਾਂ ਹੈਡ ਈਟਨ, ਉਹਦੇ ਨਾਲ ਹੈਡ ਬੀਨ ਈਟਨ ਆ ਜਾਏਗਾ। ਫਿਊਚਰ ਸਿੰਪਲ ਟੈਂਸ ਹੈ ਤਾਂ ਵਿਲ ਈਟ ਤਾਂ ਵਿਲ ਬੀ ਈਟਨ ਆ ਜਾਏਗਾ। ਫਿਊਚਰ ਕੰਟੀਨਿਊਸ ਟੈਂਸ ਹੈ ਤਾਂ ਵਿਲ ਬੀ ਈਟਿੰਗ ਹੈ, ਉਹਦੇ ਕੋਈ ਪੈਸਿਵ ਵੋਇਸ ਨਹੀਂ ਬਣਦੀ। ਇਸੇ ਤਰ੍ਹਾਂ ਫਿਊਚਰ ਪਰਫੈਕਟ ਟੈਂਸ ਹੈ, ਵਿਲ ਹੈਵ ਈਟਨ, ਵਿਲ ਹੈਵ ਬੀਨ ਈਟਨ ਹੈ। ਮੋਟੀ ਗੱਲ ਇੱਥੇ ਇਹ ਸਮਝ ਲਓ, ਜੇ ਸੈਂਟੈਂਸ ਦੇ ਵਿੱਚ ING ਵਰਤੀ ਗਈ ਹੈ ਤਾਂ ਉਹਦੇ ਨਾਲ ਬੀਂਗ ਲੱਗਣਾ ਹੈ। ਜੇ ਹੈਜ਼ ਹੈਵ ਵਰਤਿਆ ਗਿਆ ਤਾਂ ਉਹਦੇ ਨਾਲ ਬੀਨ ਲੱਗਣਾ ਹੈ। ਬੀਂਗ ਅਤੇ ਬੀਨ ਦੇ ਵਿੱਚ ਭੁਲੇਖਾ ਖਾ ਜਾਂਦੇ ਹੈ। ਬੀਨ BEEN, ਬੀਂਗ BEING, ਬੀਂਗ। ਬੀਂਗ ਕੰਟੀਨਿਊਸ ਦੇ ਵਿੱਚ ਵਰਤੀ ਜਾਂਦੀ ਹੈ, ਬੀਨ ਪਰਫੈਕਟ ਟੈਂਸ ਦੇ ਵਿੱਚ ਵਰਤੀ ਜਾਂਦੀ ਹੈ, ਚਾਹੇ ਉਹ ਪਰਫੈਕਟ ਕੰਟੀਨਿਊਸ ਹੈ ਅਤੇ ਚਾਹੇ ਉਹ ਪਰਫੈਕਟ ਸਿੱਧਾ ਹੈ। ਇਸੇ ਤਰ੍ਹਾਂ ਜਿੱਥੇ ਵੀ ਕਿਤੇ ਹੈਡ ਲੱਗਿਆ ਉੱਥੇ ਹੈਡ ਦੇ ਨਾਲ ਬੀਨ ਲੱਗ ਜਾਣੀ ਹੈ। ਵਿਲ ਹਮੇਸ਼ਾ ਬੀ ਦੇ ਨਾਲ ਲੱਗਦਾ ਹੈ, ਵਿਲ ਹੈਵ ਦੇ ਨਾਲ ਬੀਨ ਲੱਗ ਜਾਣੀ ਹੈ। ਇਸ ਗੱਲ ਦਾ ਧਿਆਨ ਰੱਖਣਾ। ਜੇ ਚਾਹੋ ਤਾਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ, ਉਹਦਾ ਪ੍ਰਿੰਟ ਕਢਾ ਕੇ ਆਪਣੇ ਕਮਰੇ ਦੇ ਵਿੱਚ ਆਪਣੇ ਸਾਹਮਣੇ ਲਾ ਲੈਣਾ, ਤੁਹਾਨੂੰ ਇਹ ਗੱਲ ਯਾਦ ਰਹੇਗੀ। ਇਹ ਚਾਰਟ ਤੁਹਾਨੂੰ ਯਾਦ ਰਹਿ ਗਿਆ, ਵੋਇਸ ਕਦੇ ਨਹੀਂ ਭੁੱਲਦੀ, ਵੋਇਸ ਤੁਹਾਡੇ ਪੱਕੀ ਘਰ ਕਰ ਜਾਏਗੀ। ਜੇ ਕਿਸੇ ਨੂੰ ਸਮਝ ਲੱਗ ਗਈ ਹੈ ਤਾਂ ਕਮੈਂਟ ਕਰਕੇ ਦੱਸੋ ਯੈਸ ਕਲੀਅਰ, ਜੇ ਨਹੀਂ ਲੱਗੀ ਤਾਂ ਮੈਂ ਫਿਰ ਕੋਈ ਹੋਰ ਉਪਰਾਲਾ ਕਰੂੰਗਾ। ਹੁਣ ਦੇਖੀਏ, ਕੰਪੇਅਰ ਕਰੀਏ ਐਕਟਿਵ ਵੋਇਸ ਅਤੇ ਪੈਸਿਵ ਵੋਇਸ। ਇੱਕੋ ਹੀ ਗੱਲ ਨੂੰ ਐਕਟਿਵ ਵੋਇਸ ਦੇ ਵਿੱਚ ਵੀ ਲਿਖਿਆ ਜਾ ਸਕਦਾ ਹੈ, ਪੈਸਿਵ ਦੇ ਵਿੱਚ ਵੀ ਲਿਖਿਆ ਜਾ ਸਕਦਾ ਹੈ। I will finish my work by Monday. My work will be finished by Monday. The watchman had caught the thief. The thief had been caught by the watchman. Kavita gave a book to Sahil. Sahil was given a book by Kavita. The man appreciates the boy. The boy is
ਐਪਰੀਸ਼ੀਏਟਡ ਬਾਈ ਦ ਮੈਨ। ਇਸੇ ਤਰ੍ਹਾਂ ਹੋਰ ਤੁਹਾਡੇ ਦਿਮਾਗ ਦੇ ਵਿੱਚ ਜੋ ਐਕਟਿਵ ਵੌਇਸ ਦੇ ਸੈਂਟੈਂਸ ਆਉਂਦੇ ਆ ਉਹਨਾਂ ਨੂੰ ਕਨਵਰਟ ਕਰਕੇ ਪੈਸਿਵ ਵੌਇਸ ਦੇ ਵਿੱਚ ਬਣਾ ਕੇ ਕਮੈਂਟ ਦੇ ਵਿੱਚ ਲਿਖਣਾ। ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ, ਮੈਨੂੰ ਪਤਾ ਲੱਗ ਜਾਏਗਾ, ਮੈਨੂੰ ਪਤਾ ਲੱਗ ਜਾਏਗਾ ਕਿ ਮੇਰਾ ਉਪਰਾਲਾ ਕਾਮਯਾਬ ਹੋਇਆ ਕਿ ਨਹੀਂ ਹੋਇਆ। ਇੰਪਰੇਟਿਵ ਸੈਂਟੈਂਸਸ, ਰਿਪੇਅਰ ਯੂਰ ਕੈਮਰਾ, ਲੈਟ ਯੂਰ ਕੈਮਰਾ ਬੀ ਰਿਪੇਅਰਡ। ਇੱਥੇ ਇੰਪਰੇਟਿਵ ਸੈਂਟੈਂਸਸ ਦੇ ਵਿੱਚ ਲੈਟ ਲੱਗ ਜਾਂਦਾ। ਓਪਨ ਦ ਵਿੰਡੋ, ਲੈਟ ਦ ਵਿੰਡੋ ਬੀ ਓਪਨਡ। ਹੈਲਪ ਦ ਚਿਲਡਰਨ, let the children be helped. Throw the ball, let the ball be thrown. Do it, let it be done. ਇਹ ਇੱਕ ਹੋਰ ਤਰੀਕੇ ਨਾਲ ਵੀ ਬਣ ਜਾਂਦੇ ਹੁੰਦੇ ਆ। ਜਿਵੇਂ ਰਿਪੇਅਰ your camera should be repaired, ਇਹਦੇ ਵਿੱਚ should ਵੀ ਲੱਗ ਸਕਦਾ। do it, it should be। happy learning and live healthy. I hope your response will be positive. You will grab the fact, you will understand the fact, and keep attached with the channel all the time. Do subscribe the channel and also hit the bell icon, and also like the video, and as well as you share it with your friends so that they could also understand. ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ, ਲਾਈਕ ਵੀ ਕਰੋ ਤੇ ਸਬਸਕ੍ਰਾਈਬ ਵੀ ਕਰ ਲਓ। ਥੈਂਕ ਯੂ, ਧੰਨਵਾਦ।